class 8th lesson number 7. Name of the lesson conservation of plants and animals. First of all we will study about importance of forest. Forest पता ही है provide करते हैं home to large variety of animals. Then trees take up carbon dioxide and release करते हैं oxygen during photosynthesis. Photosynthesis पता ही है वो वाला process जिधर नहीं ਜਿਹੜੇ ਟਰੀਜ਼ ਵਗੈਰਾ ਨੇ ਆਪਣਾ ਫੂਡ ਪ੍ਰਪੇਅਰ ਕਰਦੇ ਆ। ਦਸ ਜਿਹੜੇ ਟਰੀਜ਼ ਨੇ ਉਹ ਹੈਲਪ ਕਰਦੇ ਆ ਬੈਲੈਂਸ ਮੇਨਟੇਨ ਕਰਨ ਦੇ ਵਿੱਚ। ਕਾਹਦਾ ਬੈਲੈਂਸ? ਆਕਸੀਜਨ ਐਂਡ ਕਾਰਬਨ ਡਾਈਆਕਸਾਈਡ ਦਾ ਇਨ ਦਾ ਐਟਮੋਸਫੇਅਰ। ਫੋਰੈਸਟ ਇਜ਼ ਐਨ ਇੰਪੋਰਟੈਂਟ ਸੋਰਸ ਆਫ ਮੈਨੀ ਰਾ ਮਟੀਰੀਅਲਸ ਫॉर ਵੇਰੀਅਸ ਪਰਪਸਿਸ। ਫੋਰੈਸਟ ਸੋਇਲ ਇਰੋਜ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਹੈਲਪਫੁਲ ਹੁੰਦੇ ਆ, ਸੋਇਲ ਫਰਟੀਲਿਟੀ ਵੀ ਇੰਪਰੂਵ ਕਰਦੇ ਆ, ਨੈਚੁਰਲ ਰੀਚਾਰਜ ਕਰਦੇ ਆ ਗਰਾਊਂਡ ਵਾਟਰ ਦਾ। Then is deforestation, means jungਲਾਂ ਦੀ ਕਟਾਈ, clearing of forest for making way for human activities is called deforestation. Next is causes ਕੀ ਨੇ deforestation ਦੇ? Procuring land for cultivation, then building houses and factories ਦੇ ਲਈ, furniture ਬਣਾਉਣ ਦੇ ਲਈ, ਇਸ ਤੋਂ ਇਲਾਵਾ using wood for fuel, clearing land for making roads, railway lines, dams and grazing cattle. ਹੁਣ ਇਫੈਕਟ ਕੀ ਪੈਂਦੇ ਨੇ ਡੀਫੋਰੈਸਟੇਸ਼ਨ ਦੇ? ਰਿਡਿਊਸਡ ਫੋਰੈਸਟ ਕਵਰ ਇਨਕਰੀਜ਼ਿਜ਼ ਦ ਲੈਵਲ ਆਫ ਕਾਰਬਨ ਡਾਈਆਕਸਾਈਡ। ਸੋ ਇਸ ਕਰਕੇ ਕੀ ਹੋ ਜਾਊਗਾ? ਗਲੋਬਲ ਵਾਰਮਿੰਗ ਹੋ ਜੂਗੀ, ਧਰਤੀ ਦਾ ਤਾਪਮਾਨ ਜਿਹੜਾ ਵਧਣਾ ਸਟਾਰਟ ਹੋ ਜਾਊਗਾ। ਗਰਾਊਂਡ ਵਾਟਰ ਲੈਵਲ ਘੱਟ ਜੂਗਾ, ਰੇਨਫਾਲ ਘੱਟ ਜੂਗੀ, ਸੋਇਲ ਫਰਟੀਲਿਟੀ ਵੀ ਘੱਟ ਜੂਗੀ। ਇਸ ਤੋਂ ਇਲਾਵਾ ਜਾਂ ਤਾਂ ਸੋਕੇ ਦੀ ਸਥਿਤੀ ਆ ਜੂਗੀ ਜਾਂ ਫਿਰ ਜ਼ਿਆਦਾ ਹੜ੍ਹ ਵਗੈਰਾ ਦੀ ਸਥਿਤੀ ਬਣ ਜੂਗੀ। ਦੈਨ ਮਾਰੂਥਲ ਜਿਹੜਾ ਬਣ ਜਾਣਗੇ, ਸਾਰਾ ਇਲਾਕਾ ਜਿਹੜਾ ਮਾਰੂਥਲੀ ਹੋ ਜੂਗਾ। ਨੈਕਸਟ ਇਜ਼ ਕੰਜ਼ਰਵੇਸ਼ਨ ਆਫ ਫੋਰੈਸਟ ਐਂਡ ਵਾਈਲਡ ਲਾਈਫ। ਹੁਣ ਆਪਾਂ ਕਿਵੇਂ ਬਚਾ ਕੇ ਰੱਖ ਸਕਦੇ ਹਾਂ ਇਹਨਾਂ ਨੂੰ? ਫਸਟ ਇਜ਼ ਬਾਇਓਸਫੀਅਰ, ਉਹ ਵਾਲਾ ਪਾਰਟ ਅਰਥ ਦਾ ਜਿੱਥੇ ਸਾਰੇ ਲਿਵਿੰਗ ਆਰਗੇਨਿਜ਼ਮ ਪ੍ਰੈਜ਼ੈਂਟ ਹੋਣ, ਉਹਨੂੰ ਕਿਹਾ ਜਾਂਦਾ ਬਾਇਓਸਫੀਅਰ। ਦੈਨ ਇਜ਼ ਬਾਇਓਡਾਇਵਰਸਿਟੀ, ਵੈਰਾਈਟੀ ਆਫ ਆਰਗੇਨਿਜ਼ਮ ਇਨ ਅ ਗਿਵਨ ਏਰੀਆ, ਇੱਕ ਦਿੱਤੇ ਹੋਏ ਏਰੀਏ ਦੇ ਵਿੱਚ ਕਿਹੜੇ ਕਿਹੜੇ ਆਰਗੇਨਿਜ਼ਮ, ਕਿੰਨੀ ਤਰ੍ਹਾਂ ਦੇ ਜਿਹੜੇ ਪਲਾਂਟਸ ਐਨੀਮਲਸ ਵਗੈਰਾ ਉਹ ਰਹਿੰਦੇ ਨੇ, ਉਹਨਾਂ ਨੂੰ ਕਿਹਾ ਜਾਂਦਾ ਉਸ ਇਲਾਕੇ ਦੀ ਬਾਇਓਡਾਇਵਰਸਿਟੀ। ਦੈਨ ਇਜ਼ ਫਲੋਰਾ, ਮੀਨਸ ਸਾਰੇ ਦੇ ਸਾਰੇ ਪਲਾਂਟ ਦੀਆਂ ਪ੍ਰਜਾਤੀਆਂ ਇੱਕ ਦਿੱਤੇ ਹੋਏ ਏਰੀਏ ਦੇ ਵਿੱਚ ਜਿਹੜੀਆਂ ਰਹਿੰਦੀਆਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਆ ਫਲੋਰਾ। ਫੌਨਾ, ਐਨੀਮਲਸ ਇੱਕ ਦਿੱਤੇ ਹੋਏ ਏਰੀਏ ਦੇ ਵਿੱਚ ਜਿੰਨੇ ਵੀ ਰਹਿੰਦੇ ਉਹਨਾਂ ਨੂੰ ਕਿਹਾ ਜਾਂਦਾ ਫੌਨਾ ਆਫ ਦੈਟ ਏਰੀਆ। ਦੈਨ ਇਜ਼ ਪ੍ਰੋਟੈਕਟਡ ਏਰੀਆਜ਼, ਸਮ ਏਰੀਆਜ਼ ਜਿਹੜੇ ਨੇ ਉਹ ਡਿਮਾਰਕੇਟਡ ਕੀਤੇ ਜਾਂਦੇ ਨੇ ਤਾਂ ਕਿ ਜਿਹੜੇ ਫਲੋਰਾ ਅਤੇ ਫੌਨਾ, ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਹੈਬੀਟੈਟ ਆ ਉਹਨਾਂ ਨੂੰ ਬਚਾ ਕੇ ਰੱਖਿਆ ਜਾ ਸਕੇ। ਅਜਿਹੇ ਏਰੀਆਜ਼ ਨੂੰ ਨਾਮ ਦਿੱਤਾ ਜਾਂਦਾ ਪ੍ਰੋਟੈਕਟਡ ਏਰੀਆਜ਼। ਨੈਕਸਟ ਇਜ਼ ਵੇਰੀਅਸ ਰੂਲਸ, ਮੈਥਡਸ ਅਤੇ ਪਾਲਿਸੀਜ਼ ਬਣਾਈਆਂ ਗਈਆਂ ਨੇ ਤਾਂ ਕਿ ਜਿਹੜੇ ਜੰਗਲ ਅਤੇ ਜੰਗਲ ਵਿੱਚ ਰਹਿਣ ਵਾਲੇ ਜੀਵ ਜੰਤੂ ਆ ਉਹਨਾਂ ਨੂੰ ਬਚਾਇਆ ਜਾ ਸਕੇ। ਇਹ ਰੂਲਸ ਵਗੈਰਾ ਪਾਲਿਸੀਜ਼ ਕੌਣ ਫਾਰਮੂਲੇਟ ਕਰਦਾ ਵਾ? ਗਵਰਨਮੈਂਟ ਫਾਰਮੂਲੇਟ ਕਰਦੀ ਹੈ। ਸੋ ਕੁਛ ਜਿਹੜੀਆਂ ਟਾਈਪਸ ਦਿੱਤੀਆਂ ਹੋਈਆਂ ਨੇ ਅੱਗੇ ਪ੍ਰੋਟੈਕਟਡ ਏਰੀਆਜ਼ ਦੇ। ਸੈਂਚੁਰੀ ਉਹ ਵਾਲਾ ਏਰੀਆ ਹੁੰਦਾ ਜਿੱਥੇ ਐਨੀਮਲਸ ਕਿਸੇ ਵੀ ਆਊਟਸਾਈਡ ਡਿਸਟਰਬੈਂਸ ਵਗੈਰਾ ਤੋਂ ਪ੍ਰੋਟੈਕਟਡ ਹੁੰਦੇ ਆ। ਵਾਈਲਡ ਲਾਈਫ ਸੈਂਚੁਰੀ ਦੇ ਵਿੱਚ ਜਿਹੜੀ ਆ ਕਿਲਿੰਗ ਵਗੈਰਾ, ਹੰਟਿੰਗ ਆ ਜਾਂ ਕਿਸੇ ਐਨੀਮਲ ਨੂੰ ਕੈਪਚਰ ਕਰਨਾ, ਉਹ ਪੂਰੀ ਤਰ੍ਹਾਂ ਦੇ ਨਾਲ ਉਸ ਚੀਜ਼ ਦੀ ਮਨਾਹੀ ਹੁੰਦੀ ਆ। ਦੈਨ ਇਜ਼ ਨੈਸ਼ਨਲ ਪਾਰਕ। ਨੈਸ਼ਨਲ ਪਾਰਕ ਇੱਕ ਏਰੀਆ ਹੁੰਦਾ ਵਾ ਜਿਹੜਾ ਰਿਜ਼ਰਵ ਕੀਤਾ ਜਾਂਦਾ ਵਾਈਲਡ ਲਾਈਫ ਲਈ, ਅਤੇ ਜਿੱਥੇ ਵਾਈਲਡ ਲਾਈਫ ਜਿਹੜੇ ਆਪਣੇ ਫ੍ਰੀਲੀ ਯੂਜ਼ ਕਰਦੇ ਆ ਉਸ ਏਰੀਆ ਦਾ, ਅਤੇ ਉੱਥੇ ਰਹਿਣ ਵਾਲੇ ਉੱਥੇ ਪ੍ਰੈਜ਼ੈਂਟ ਨੈਚੁਰਲ ਰਿਸੋਰਸਿਸ ਦਾ। ਸਤਪੁਰਾ ਨੈਸ਼ਨਲ ਪਾਰਕ ਜਿਹੜਾ ਫਸਟ ਰਿਜ਼ਰਵ ਫੋਰੈਸਟ ਸੀ ਇੰਡੀਆ ਦਾ। ਦੈਨ ਇਜ਼ ਬਾਇਓਸਫੀਅਰ ਰਿਜ਼ਰਵ, ਉਹ ਵੀ ਇੱਕ ਲਾਰਜ ਏਰੀਆ ਹੁੰਦਾ ਵਾ, ਪ੍ਰੋਟੈਕਟਡ ਲੈਂਡ ਫॉर ਕੰਜ਼ਰਵੇਸ਼ਨ ਆਫ ਵਾਈਲਡ ਲਾਈਫ, ਪਲਾਂਟ ਐਂਡ ਐਨੀਮਲ ਰਿਸੋਰਸਿਸ ਐਂਡ ਟ੍ਰੈਡੀਸ਼ਨਲ ਲਾਈਫ ਆਫ ਦ ਟ੍ਰਾਈਬਲਸ ਲਿਵਿੰਗ ਇਨ ਦੈਟ ਏਰੀਆ। ਬਾਇਓਸਫੀਅਰ ਰਿਜ਼ਰਵਸ ਦੇ ਵਿੱਚ ਬਹੁਤ ਸਾਰੇ ਹੋਰ ਪ੍ਰੋਟੈਕਟਡ ਏਰੀਆਜ਼ ਵੀ ਆ ਜਾਂਦੇ ਆ, ਲਾਈਕ ਵਾਈਲਡ ਲਾਈਫ ਸੈਂਚੁਰੀ ਐਂਡ ਨੈਸ਼ਨਲ ਪਾਰਕ। ਐਗਜ਼ਾਮਪਲ ਪੰਚਮਰੀ ਬਾਇਓਸਫੀਅਰ ਰਿਜ਼ਰਵ ਦੇ ਵਿੱਚ ਇੱਕ ਨੈਸ਼ਨਲ ਪਾਰਕ ਆ ਅਤੇ 2 ਜਿਹੜੀਆਂ ਵਾਈਲਡ ਲਾਈਫ ਸੈਂਚੁਰੀਜ਼ ਨੇ। ਦੈਨ ਇਜ਼ ਇੰਡੈਮਿਕ ਸਪੀਸੀਜ਼। ਇੰਡੈਮਿਕ ਸਪੀਸ਼ੀਜ਼ ਉਹ ਵਾਲੀ ਸਪੀਸ਼ੀਜ਼ ਪ੍ਰਜਾਤੀਆਂ ਜਿਹੜੀਆਂ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਹੀ ਪਾਈਆਂ ਜਾਂਦੀਆਂ ਹੁਣ, ਉਹਨਾਂ ਨੂੰ ਕਿਹਾ ਜਾਂਦਾ ਇੰਡੈਮਿਕ ਸਪੀਸ਼ੀਜ਼। ਲਾਈਕ ਸਾਲ, ਵਾਈਲਡ ਮੈਂਗੋ, ਬਾਈਸਨ, ਫਲਾਈਂਗ ਸਕੁਇਰਲ, ਇਹ ਜਿਹੜੀਆਂ ਇੰਡੈਮਿਕ ਨੇ ਟੂ ਪੰਚਮਰੀ ਬਾਇਓਸਫੀਅਰ ਰਿਜ਼ਰਵ। ਇੰਡੈਮਿਕ ਸਪੀਸੀਜ਼ ਜਿਹੜੀਆਂ ਨੇ ਉਹ ਗ੍ਰੇਟਰ ਰਿਸਕ ਆਫ ਐਕਸਟਿੰਕਸ਼ਨ ਦੇ ਉੱਪਰ ਹੁੰਦੀਆਂ ਨੇ, ਬਿਕੋਜ਼ ਜਿਹੜੀਆਂ ਉਹ ਹੋਰ ਕਿਤੇ ਵੀ ਪਾਈਆਂ ਨਹੀਂ ਜਾਂਦੀਆਂ, ਸੋ ਉਹਨਾਂ ਦੇ ਖਤਮ ਹੋਣ ਦਾ ਖਤਰਾ ਬਹੁਤ ਜ਼ਿਆਦਾ ਬਣਿਆ ਰਹਿੰਦਾ ਵਾ। ਦੈਨ ਇਜ਼ ਸਪੀਸ਼ੀਜ਼ ਅ ਗਰੁੱਪ ਆਫ ਪਾਪੂਲੇਸ਼ਨ ਕੈਪੇਬਲ ਆਫ ਇੰਟਰਬਰੀਡਿੰਗ, ਉਹਨੂੰ ਕੀ ਨਾਮ ਦਿੱਤਾ ਜਾਂਦਾ? ਸਪੀਸ਼ੀਜ਼। ਦੈਨ ਇਜ਼ ਪ੍ਰੋਜੈਕਟ ਟਾਈਗਰ, ਜਿਹੜਾ ਲਾਂਚ ਕੀਤਾ ਗਿਆ ਸੀ 1973 ਦੇ ਵਿੱਚ। ਸੋ ਪ੍ਰੋਟੈਕਸ਼ਨ ਅਤੇ ਕੰਜ਼ਰਵੇਸ਼ਨ ਹੋ ਸਕੇ ਟਾਈਗਰਸ ਦੀ ਇੰਡੀਆ ਦੇ ਵਿੱਚ, ਉਹਦੇ ਲਈ ਇਹ ਜਿਹੜਾ ਪ੍ਰੋਜੈਕਟ ਸੀ ਉਹ ਬਣਾਇਆ ਗਿਆ ਸੀਗਾ।
ਮੇਨ ਇਹਦਾ ਏਮ ਕੀ ਸੀਗਾ ਵੀ ਜਿਹੜੇ ਬੰਗਾਲ ਟਾਈਗਰਸ ਨੇ ਉਹਨਾਂ ਦੀ ਪ੍ਰੋਟੈਕਸ਼ਨ ਕਰਨਾ। ਪ੍ਰੋਜੈਕਟ ਟਾਈਗਰ ਜਿਹੜਾ ਬਹੁਤ ਜ਼ਿਆਦਾ ਸਕਸੈਸਫੁਲ ਹੋਇਆ ਇੰਪਰੂਵ ਕਰਨ ਦੇ ਵਿੱਚ ਪੋਪੂਲੇਸ਼ਨ ਟਾਈਗਰਸ ਦੀ ਇੰਡੀਆ। ਦੈਨ ਇੰਡੇਂਜਰ ਸਪੀਸ਼ੀਜ਼, ਉਹ ਵਾਲੀ ਸਪੀਸ਼ੀਜ਼ ਜਿਹੜੀਆਂ ਖਤਮ ਹੋਣ ਦੇ ਕਗਾਰ ਦੇ ਉੱਪਰ ਪਹੁੰਚ ਚੁੱਕੀਆਂ ਨੇ, ਉਹਨਾਂ ਦੇ ਖਤਮ ਹੋਣ ਦਾ ਖਤਰਾ ਬਣਿਆ ਹੋਇਆ ਵਾ, ਉਹਨਾਂ ਨੂੰ ਕਹਿੰਦੇ ਆ ਇੰਡੇਂਜਰ ਸਪੀਸ਼ੀਜ਼ ਲਾਈਕ ਐਲੀਫੈਂਟਸ, ਲਾਇਨਸ। ਐਕਸਟੈਂਕਟ ਸਪੀਸ਼ੀਜ਼ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਧਰਤੀ ਤੋਂ, ਲਾਈਕ ਡਾਇਨਾਸੌਰਸ। ਦੈਨ ਈਕੋਸਿਸਟਮ, ਉਹ ਵਾਲਾ ਸਿਸਟਮ ਆਫ ਇੰਟਰਡਿਪੈਂਡੈਂਸੀਜ਼ ਅਮੰਗ ਆਲ ਲਿਵਿੰਗ ਬੀਇੰਗਸ ਐਂਡ ਨੋਨ ਲਿਵਿੰਗ ਬੀਇੰਗਸ ਇਨ ਅ ਗਿਵਨ ਏਰੀਆ, ਉਹਨੂੰ ਕਿਹਾ ਜਾਂਦਾ ਈਕੋਸਿਸਟਮ। ਰੈਡ ਡਾਟਾ ਬੁੱਕ, ਉਹ ਵਾਲੀ ਸੋਰਸ ਬੁੱਕ ਜਿਹਦੇ ਵਿੱਚ ਸਾਰੇ ਦੇ ਸਾਰੇ ਇੰਡੇਂਜਰਡ ਪਲਾਂਟਸ ਐਂਡ ਐਨੀਮਲਸ ਦਾ ਰਿਕਾਰਡ ਰੱਖਿਆ ਜਾਂਦਾ ਵਾ। ਹਰੇਕ ਜਿਹੜੀ ਕੰਟਰੀ ਆ ਉਹ ਆਪਣੀ ਆਪਣੀ ਜਿਹੜੀ ਬੁੱਕ ਆ ਇਹ ਉਹਦਾ ਵਰਜ਼ਨ ਪਬਲਿਸ਼ ਕਰਦੀ ਆ ਟਾਈਮ ਟੂ ਟਾਈਮ। ਮਾਈਗ੍ਰੇਸ਼ਨ, ਲੌਂਗ ਡਿਸਟੈਂਸ ਟਰੈਵਲ ਬਾਈ ਐਨੀਮਲ ਟੂ escape harsh condition is called migration। ਬਹੁਤ ਸਾਰੇ ਬਰਡਸ ਤੇ ਹੋਰ ਐਨੀਮਲਸ ਮਾਈਗ੍ਰੇਟ ਕਰਦੇ ਆ ਲੌਂਗ ਡਿਸਟੈਂਸ ਡਿਊਰਿੰਗ ਅਨਫੇਵਰੇਬਲ ਸੀਜ਼ਨ। Siberian crane migrates from Siberia to India during winter to escape harsh conditions in Siberia and to get comfortable conditions and food in India। Then is recycling of paper। ਪੇਪਰ ਨੂੰ ਆਪਾਂ ਬਹੁਤ ਵਾਰ ਰੀਸਾਈਕਲ ਕਰ ਸਕਦੇ ਹੁੰਦੇ ਹਾਂ ਕਿਉਂਕਿ ਜਿਹੜਾ ਪੇਪਰ ਆ ਉਹ ਵੁੱਡ ਪਲਪ ਤੋਂ ਬਣਦਾ। ਸੋ ਜੇਕਰ ਆਪਾਂ ਇਹਦੀ ਰੀਸਾਈਕਲਿੰਗ ਕਰਦੇ ਹਾਂ ਤਾਂ ਆਪਾਂ ਜਿਹੜੇ ਟਰੀਜ਼ ਵਗੈਰਾ ਨੇ ਉਹਨਾਂ ਨੂੰ ਸੇਵ ਕਰ ਸਕਦੇ ਹਾਂ। ਨੈਕਸਟ ਇਜ਼ ਰੀਫੋਰੈਸਟੇਸ਼ਨ, ਪਲਾਂਟਿੰਗ ਟਰੀਜ਼ ਟੂ ਰਿਕਵਰ ਫੋਰੈਸਟ, ਉਸ ਪ੍ਰੋਸੈਸ ਨੂੰ ਕਹਿੰਦੇ ਆ ਰੀਫੋਰੈਸਟੇਸ਼ਨ। ਰੀਫੋਰੈਸਟੇਸ਼ਨ ਨੈਚੁਰਲੀ ਵੀ ਹੁੰਦੀ ਹੈ, ਇਸ ਤੋਂ ਇਲਾਵਾ ਹਿਊਮਨ ਇੰਟਰਵੈਂਸ਼ਨ ਦੇ ਨਾਲ ਵੀ ਹੁੰਦੀ ਹੈ। ਇੰਡੀਅਨ ਫੋਰੈਸਟ ਕੰਜ਼ਰਵੇਸ਼ਨ ਐਕਟ ਜਿਹੜਾ ਸੀਗਾ ਉਹ 1927 ਦੇ ਵਿੱਚ ਆਇਆ। ਇਸ ਐਕਟ ਦਾ ਮੇਨ ਏਮ ਕੀ ਸੀਗਾ? ਪ੍ਰੀਜ਼ਰਵੇਸ਼ਨ ਐਂਡ ਕੰਜ਼ਰਵੇਸ਼ਨ ਆਫ ਨੈਚੁਰਲ ਫੋਰੈਸਟ ਐਂਡ meeting the basic needs of the people who live in or near the forest. Thank you.